Good morning dear students। ਬੇਟੇ ਅੱਜ ਦਾ ਆਪਣਾ ਜੋ ਨੈਕਸਟ ਟੌਪਿਕ ਹੈ ਉਹ ਹੈ ਵਾਟ ਇਜ਼ ਸੋਲਿਊਸ਼ਨ। ਸੋਲਿਊਸ਼ਨ ਕੀ ਹੁੰਦਾ ਹੈ? ਘੋਲ ਵੀ ਇਸ ਨੂੰ ਕਿਹਾ ਜਾਂਦਾ ਹੈ, ਘੋਲ। ਇਹ ਸੋਲਿਊਸ਼ਨ ਇਜ਼ ਏ ਹੋਮੋਯੂਨੀਅਸ ਮਿਕਸਚਰ ਆਫ ਟੂ ਔਰ ਮੋਰ ਸਬਸਟੈਂਸ। ਕੀ ਹੈ? ਹੋਮੋਯੂਨੀਅਸ ਮਿਕਸਚਰ ਆਫ ਟੂ ਔਰ ਮੋਰ ਸਬਸਟੈਂਸ, ਦੋ ਜਾਂ ਦੋ ਤੋਂ ਵੱਧ ਸਬਸਟੈਂਸ ਦਾ ਮਿਕਸਚਰ। ਦੋ ਜਾਂ ਦੋ ਤੋਂ ਵੱਧ ਸਬਸਟੈਂਸ ਨੂੰ ਮਿਕਸ ਕਰਨਾ, ਉਸ ਨੂੰ ਕਿਹਾ ਜਾਂਦਾ ਹੈ ਸੋਲਿਊਸ਼ਨ। ਅਤੇ ਨਾਲ ਵਰਡ ਲੱਗਾ ਹੈ ਹੋਮੋਯੂਨੀਅਸ। ਹੋਮੋਯੂਨੀਅਸ ਤੁਹਾਨੂੰ ਲਾਸਟ ਲੈਕਚਰ 'ਚ ਕਲੀਅਰ ਕਰ ਦਿੱਤਾ ਸੀ, ਪੂਰੀ ਤਰ੍ਹਾਂ ਘੁਲ ਜਾਣਾ, ਜੋ ਬਾਅਦ ਵਿੱਚ ਸੈਪਰੇਟ ਨਾ ਹੋ ਸਕੇ, ਉਸ ਨੂੰ ਕਿਹਾ ਜਾਂਦਾ ਹੈ ਹੋਮੋਯੂਨੀਅਸ। ਅਤੇ ਨਾਲ ਹੀ ਦੱਸ ਦਿੰਦੇ ਹਾਂ, ਜੋ ਸੈਪਰੇਟ ਹੋ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਹੈਟਰੋਜੀਨੀਅਸ ਸੋਲਿਊਸ਼ਨ। ਸੋ ਸੋਲਿਊਸ਼ਨ ਕੀ ਹੈ, ਰਿਪੀਟ ਕਰਦੇ ਹਾਂ। ਇਹ ਸੋਲਿਊਸ਼ਨ ਇਜ਼ ਏ ਹੋਮੋਜੀਨੀਅਸ ਮਿਕਸਚਰ ਆਫ ਟੂ ਔਰ ਮੋਰ ਸਬਸਟੈਂਸ। ਐਗਜ਼ਾਮਪਲਸ ਕੀ ਨੇ ਇਸ ਦੀਆਂ? ਲੈਮੋਨਾਈਡ, ਸੋਡਾ ਵਾਟਰ। ਅਸੀਂ ਲੈਮਨ ਜੂਸ ਪੀਂਦੇ ਹਾਂ। ਇੱਕ ਵੱਡੇ ਬਰਤਨ ਦੇ ਵਿੱਚ ਲੈਮਨ ਜੂਸ ਹੈ, ਅਸੀਂ ਚਾਹੇ ਉਸਨੂੰ ਉੱਪਰੋਂ ਪਾ ਲਈਏ, ਚਾਹੇ ਟੈਪ ਲਾ ਕੇ ਨੀਚਿਓਂ ਕੱਢ ਲਈਏ, ਉਹਦਾ ਟੇਸਟ ਸੇਮ ਰਹੇਗਾ। ਸੋ ਜੋ ਪੂਰੀ ਤਰ੍ਹਾਂ ਇੱਕ ਮਿਕ ਹੋ ਜਾਵੇ ਉਸ ਨੂੰ ਕਿਹਾ ਜਾਂਦਾ ਹੈ ਹੋਮੋਯੂਨੀਅਸ, ਅਤੇ ਜੋ ਨਾ ਹੋਵੇ ਹੈਟਰੋਜੀਨੀਅਸ। ਇਸ ਦੀਆਂ ਐਗਜ਼ਾਮਪਲਸ ਨੇ ਸੋਲਿਊਸ਼ਨ ਦੀਆਂ ਲੈਮੋਨਾਈਡ, ਸੋਡਾ ਵਾਟਰ। Usually we think a solution as a liquid that contains either solid, liquid or a gas dissolved in it। ਜਨਰਲੀ ਆਮ ਤੌਰ 'ਤੇ ਅਸੀਂ ਸੋਲਿਊਸ਼ਨ ਕਿਸ ਨੂੰ ਕਹਿੰਦੇ ਹਾਂ? ਇੱਕ ਲਿਕੁਇਡ ਨੂੰ ਕਹਿ ਦਿੰਦੇ ਹਾਂ ਆਮ ਤੌਰ 'ਤੇ, ਜਿਸ ਦੇ ਵਿੱਚ ਸੋਲਿਡ ਘੁਲਿਆ ਹੋਵੇ, ਜਿਵੇਂ ਪਾਣੀ ਵਿੱਚ ਲੂਣ, ਜਾਂ ਲਿਕੁਇਡ 'ਚ ਲਿਕੁਇਡ ਘੁਲਿਆ ਹੋਵੇ, ਜਿਵੇਂ ਮਿਲਕ ਇਨ ਵਾਟਰ ਜਾਂ ਵਾਟਰ ਇਨ ਮਿਲਕ। ਸੈਕਿੰਡ, ਗੈਸ ਇਨ ਲਿਕੁਇਡ। ਗੈਸ ਇਨ ਲਿਕੁਇਡ, ਜਿਸ ਤਰ੍ਹਾਂ ਤੁਸੀਂ ਸੋਫਟ ਡਰਿੰਕਸ ਪੀਂਦੇ ਹੋ, ਕੋਲਡ ਡਰਿੰਕ, ਕੋਕ ਐਟਸੈਟਰਾ। ਇਹ ਗੈਸ ਹੈ ਜਿਹੜੀ ਕਾਰਬਨ ਡਾਈਆਕਸਾਈਡ ਗੈਸ ਡਿਜ਼ੋਲਵ ਕੀਤੀ ਜਾਂਦੀ ਆ ਲਿਕੁਇਡ ਦੇ ਵਿੱਚ। ਸੋ ਆਮ ਤੌਰ 'ਤੇ ਅਸੀਂ ਸੋਲਿਊਸ਼ਨ ਕਿਸ ਨੂੰ ਸਮਝ ਲੈਂਦੇ ਹਾਂ? ਇਹ ਸੋਲਿਊਸ਼ਨ ਹੈ ਐਜ਼ ਏ ਲਿਕੁਇਡ, ਇੱਕ ਲਿਕੁਇਡ ਸਮਝ ਲੈਂਦੇ ਹਾਂ। ਦੈਟ ਕੰਟੇਨਸ ਆਈਦਰ, ਉਸ ਦੇ ਵਿੱਚ ਕੀ ਪਾਇਆ ਹੋਇਆ ਹੋਵੇ? ਸੋਲਿਡ, ਲਿਕੁਇਡ ਔਰ ਗੈਸ। ਤਿੰਨੋਂ ਐਗਜ਼ਾਮਪਲਾਂ ਤੁਹਾਨੂੰ ਦੇ ਦਿੱਤੀਆਂ। ਵਟ ਵੀ ਕੈਨ ਆਲਸੋ ਹੈਵ ਏ ਸੋਲਿਡ ਸੋਲਿਊਸ਼ਨਸ। ਸਾਡੇ ਕੋਲ ਸੋਲਿਡ ਸੋਲਿਊਸ਼ਨਸ ਵੀ ਹਨ, ਜਿਸ ਨੂੰ ਕੀ ਕਿਹਾ ਜਾਂਦਾ ਹੈ? ਅਲਾਇਜ਼। ਨੈਕਸਟ ਪੈਰਾਗ੍ਰਾਫ 'ਚ ਡੈਫੀਨੇਸ਼ਨ ਪੜ੍ਹਾਂਗੇ ਅਲਾਇਜ਼। ਐਂਡ ਗੈਸੀਅਸ ਸੋਲਿਊਸ਼ਨ, ਅਤੇ ਗੈਸੀਅਸ ਸੋਲਿਊਸ਼ਨਸ ਵੀ ਹੁੰਦੇ ਨੇ। ਸੋਲਿਊਸ਼ਨ ਸਿਰਫ ਲਿਕੁਇਡ ਵਿੱਚ ਹੀ ਨਹੀਂ ਘੋਲੇ ਜਾਂਦੇ, ਸੋਲਿਡ ਦੇ ਵਿੱਚ ਸੋਲਿਡ ਵੀ ਹੁੰਦਾ ਹੈ। ਜਿਵੇਂ ਨੈਕਸਟ ਐਗਜ਼ਾਮਪਲ ਆਉਂਦੀ ਹੈ ਸਟੀਲ ਦੀ। ਜੋ ਅਸੀਂ ਸਟੀਲ ਦਾ ਗਲਾਸ ਹੈ, ਇਸ ਦੇ ਵਿੱਚ ਆਇਰਨ ਵੀ ਹੁੰਦਾ ਹੈ ਅਤੇ ਹੋਰ ਮੈਟਲਸ ਵੀ ਐਡ ਕੀਤੀਆਂ ਜਾਂਦੀਆਂ ਹਨ। ਅਤੇ ਗੈਸੀਅਸ ਸੋਲਿਊਸ਼ਨ, ਗੈਸ ਦੇ ਵਿੱਚ ਗੈਸ ਮਿਕਸ ਹੋ ਜਾਣਾ, ਜਿਵੇਂ ਏਅਰ ਹੈ, ਏਅਰ ਦੇ ਵਿੱਚ ਆਕਸੀਜਨ ਵੀ ਹੈ, ਨਾਈਟ੍ਰੋਜਨ ਵੀ ਹੈ, ਅਤੇ ਆਕਸੀਜਨ ਹੈ, ਨਾਈਟ੍ਰੋਜਨ ਹੈ, ਕਾਰਬਨ ਡਾਈਆਕਸਾਈਡ ਹੈ। ਇਹ ਹੈਗਾ ਏਅਰ ਸੋਲਿਊਸ਼ਨ। ਸੋ ਸੋਲਿਊਸ਼ਨ ਮੇ ਬੀ ਲਿਕੁਇਡ ਇਨ ਸੋਲਿਡ ਔਰ ਸੋਲਿਡ ਇਨ ਸੋਲਿਡ ਔਰ ਗੈਸ ਇਨ ਗੈਸ ਐਟਸੈਟਰਾ, ਕੋਈ ਵੀ ਹੋ ਸਕਦਾ ਹੈ। ਅਲਾਇਜ਼ ਕੀ ਹੁੰਦੀਆਂ ਹਨ? ਅਲਾਇਜ਼ ਇੰਪੋਰਟੈਂਟ ਕੁਐਸਚਨ ਹੈ। ਵਾਟ ਆਰ ਅਲਾਇਜ਼? ਅਲਾਇਜ਼ ਆਰ ਦਾ ਮਿਕਸਚਰਸ ਆਫ two or more metals
ਔਰ ਇਹ ਮੈਟਲ ਔਰ ਨੌਨ ਮੈਟਲ, ਜਦੋਂ ਦੋ ਜਾਂ ਦੋ ਤੋਂ ਵੱਧ ਮੈਟਲਸ ਇਕੱਠੀਆਂ ਹੋ ਜਾਣ ਜਾਂ ਮੈਟਲ ਅਤੇ ਨੌਨ ਮੈਟਲਸ ਇਕੱਠੀਆਂ ਹੋ ਜਾਣ ਅਤੇ ਉਹਨਾਂ ਨੂੰ ਦੁਬਾਰਾ ਸੈਪਰੇਟ ਨਹੀਂ ਕੀਤਾ ਜਾ ਸਕਦਾ ਬਾਏ ਫਿਜ਼ੀਕਲ ਮੈਥਡ, ਫਿਜ਼ੀਕਲ ਤਰੀਕੇ ਨਾਲ। ਕੈਮੀਕਲੀ ਅਸੀਂ ਕਈਆਂ ਨੂੰ ਕਰ ਸਕਦੇ ਹਾਂ, ਤੋੜ ਸਕਦੇ ਹਾਂ, ਪਰ ਫਿਜ਼ੀਕਲੀ ਨਹੀਂ ਤੋੜ ਸਕਦੇ ਕਿ ਫਿਲਟਰ ਰਾਹੀਂ ਕੱਢ ਦਈਏ ਜਾਂ ਹੱਥ ਨਾਲ ਰਿਮੂਵ ਕਰ ਦਈਏ, ਇਸ ਤਰ੍ਹਾਂ ਪੋਸੀਬਲ ਨਹੀਂ ਹੈ। ਸੋ ਡੈਫੀਨੇਸ਼ਨ ਦੁਬਾਰਾ ਪੜ੍ਹਾਂਗੇ ਅਲਾਇਜ਼ ਦੀ। Alloys are mixtures of two or more metals or metal and a non-metal। ਦਾ ਤਾਂ ਦੋ ਜਾਂ ਦੋ ਤੋਂ ਵੱਧ ਮੈਟਲਸ, ਅਦਰਵਾਈਜ਼ a metal or a non-metal, and cannot be separated into their components by physical methods। ਅਤੇ ਉਸ ਨੂੰ ਦੁਬਾਰਾ ਅਸੀਂ ਸੈਪਰੇਟ ਨਹੀਂ ਕਰ ਸਕਦੇ। ਇੱਥੇ ਇੱਕ ਐਗਜ਼ਾਮਪਲ ਹੈ, ਫਾਰ ਐਗਜ਼ਾਮਪਲ ਬਰਾਸ। ਬਰਾਸ ਇੱਕ ਅਲਾਏ ਹੈ। ਬਰਾਸ ਇਜ਼ ਐਨ ਅਲਾਏ। ਬਰਾਸ ਕਿਸ ਚੀਜ਼ ਦਾ ਮਿਕਸਚਰ ਹੈ? ਬਰਾਸ ਇਜ਼ ਏ ਮਿਕਸਚਰ ਆਫ ਅਪਰੋਕਸੀਮੇਟਲੀ 30% ਜ਼ਿੰਕ ਐਂਡ 70% ਕਾਪਰ। ਇਸ ਦੇ ਵਿੱਚ 30% ਹੈ ਜਿਹੜਾ ਉਹ ਜ਼ਿੰਕ ਪਾਇਆ ਜਾਂਦਾ ਹੈ ਅਤੇ 70% ਕਾਪਰ ਪਾਇਆ ਜਾਂਦਾ ਹੈ। ਇਹ ਦੋ ਮੈਟਲ ਤੋਂ ਬਣ ਕੇ ਬਣਦਾ ਹੈ ਬਰਾਸ ਅਲਾਏ। ਇਸੇ ਤਰ੍ਹਾਂ ਸਟੀਲ ਹੈ। ਸਟੀਲ ਦੇ ਵਿੱਚ ਆਇਰਨ ਹੁੰਦਾ ਹੈ ਅਤੇ ਹੋਰ ਵੀ ਮੈਟਲ ਇਸ ਵਿੱਚ ਮਿਕਸ ਕੀਤੀਆਂ ਹੋਈਆਂ ਹਨ ਅਤੇ ਬੁੱਕ ਦੇ ਉੱਤੇ ਕਾਫੀ ਐਗਜ਼ਾਮਪਲਸ ਹਨ, ਤੁਸੀਂ ਇਹ ਸਟੱਡੀ ਕਰ ਲੈਣੀਆਂ ਹਨ। ਨੈਕਸਟ ਬੇਟੇ, ਸਲਿਊਸ਼ਨ ਦੇ ਵਿੱਚ ਦੋ ਕੰਪੋਨੈਂਟ ਹੁੰਦੇ ਨੇ। ਪਹਿਲਾਂ ਮੈਂ ਤੁਹਾਨੂੰ ਈਜ਼ੀ ਲੈਂਗੁਏਜ ਦੇ ਵਿੱਚ ਦੱਸ ਦਿੰਦਾ ਹਾਂ, ਤੁਸੀਂ ਆਲਰੇਡੀ ਪੜ੍ਹਿਆ ਵੀ ਹੈਗਾ ਇਹ। ਦੋ ਕੰਪੋਨੈਂਟ ਨੇ ਜਿਹੜੇ ਸਲਿਊਸ਼ਨ ਦੇ ਵਿੱਚ ਹੁੰਦੇ ਨੇ। ਵਨ ਇਜ਼ ਸੋਲਵੈਂਟ ਐਂਡ ਅਦਰ ਇਜ਼ ਸਲੂਟ। ਵਨ ਇਜ਼ ਸੋਲਵੈਂਟ ਐਂਡ ਅਦਰ ਇਜ਼ ਸਲੂਟ। ਸੋਲਵੈਂਟ ਜਿਹੜਾ ਵੱਧ ਮਾਤਰਾ ਦੇ ਵਿੱਚ ਹੈ, ਜਿਸ ਦੇ ਵਿੱਚ ਦੂਸਰਾ ਸਬਸਟਾਂਸ ਘੋਲਿਆ ਜਾਣਾ ਹੈ। ਜਿਹੜਾ ਵੱਧ ਮਾਤਰਾ ਵਿੱਚ ਹੈ ਅਤੇ ਉਸ ਵਿੱਚ ਦੂਜਾ ਕੰਪੋਨੈਂਟ ਜਾਂ ਸਬਸਟਾਂਸ ਘੋਲਿਆ ਜਾਣਾ ਹੈ, ਉਸ ਨੂੰ ਸੋਲਵੈਂਟ ਕਹਿੰਦੇ ਹਨ। ਅਤੇ ਜਿਹੜਾ ਘੱਟ ਮਾਤਰਾ ਵਿੱਚ ਹੈ, ਜਿਸ ਨੂੰ ਵਿੱਚ ਘੋਲਿਆ ਜਾਣਾ ਹੈ, ਉਸ ਨੂੰ ਕਿਹਾ ਜਾਂਦਾ ਹੈ ਸਲਿਊਟ। ਜਿਵੇਂ ਪਾਣੀ ਦੇ ਵਿੱਚ ਲੂਣ ਘੋਲਣਾ ਹੈ, ਪਾਣੀ ਵੱਧ ਹੈ ਇਸ ਲਈ ਵਾਟਰ ਕੀ ਹੈ? ਸੋਲਵੈਂਟ। ਅਤੇ ਜਿਹੜਾ ਲੂਣ ਘੋਲਣਾ ਹੈ, ਜਿਹੜਾ ਘੱਟ ਕੁਆਂਟਿਟੀ 'ਚ ਹੈ, ਉਹ ਸਲਿਊਟ ਹੈ। ਵੱਧ ਕੁਆਂਟਿਟੀ ਵਾਲਾ ਸੋਲਵੈਂਟ ਜਿਹਦੇ ਵਿੱਚ ਘੋਲਣਾ ਹੈ, ਘੱਟ ਕੁਆਂਟਿਟੀ ਵਾਲਾ ਸਲਿਊਟ ਜਿਸ ਨੂੰ ਵਿੱਚ ਘੋਲਣਾ ਹੈ। ਅਤੇ ਹੁਣ ਇਸ ਦੀ ਡੈਫੀਨੇਸ਼ਨ ਅਸੀਂ ਪੜ੍ਹਦੇ ਹਾਂ। ਇਹ ਸਲਿਊਸ਼ਨ ਹੈਜ਼ ਏ ਸੋਲਵੈਂਟ ਐਂਡ ਏ ਸਲਿਊਟ ਐਜ਼ ਇਟਸ ਕੰਪੋਨੈਂਟ। ਇੱਕ ਸਲਿਊਸ਼ਨ ਦੇ ਵਿੱਚ ਦੋ ਕੰਪੋਨੈਂਟ ਹੁੰਦੇ ਹਨ, ਸੋਲਵੈਂਟ ਐਂਡ ਸਲਿਊਟ। ਦੀ ਕੰਪੋਨੈਂਟ ਆਫ ਸਲਿਊਸ਼ਨ, ਸਲਿਊਸ਼ਨ ਦਾ ਉਹ ਕੰਪੋਨੈਂਟ ਦੈਟ ਡਿਜ਼ੋਲਵਸ, ਜਿਹੜਾ ਘੋਲ ਲੈਂਦਾ ਹੈ, ਦੀ ਅਦਰ ਕੰਪੋਨੈਂਟ ਇਨ ਇਟ, ਦੂਸਰੇ ਕੰਪੋਨੈਂਟ ਨੂੰ ਆਪਣੇ ਵਿੱਚ ਘੋਲ ਲੈਂਦਾ ਹੈ। ਐਂਡ ਯੂਜ਼ਲੀ ਦੀ ਕੰਪੋਨੈਂਟ ਪ੍ਰੈਜੈਂਟ ਇਨ ਲਾਰਜ ਅਮਾਊਂਟ, ਅਤੇ ਜਿਹੜਾ ਲਾਰਜ ਅਮਾਊਂਟ ਦੇ ਵਿੱਚ ਹੋਵੇ, ਜਿਸ ਦੀ ਕੁਆਂਟਿਟੀ ਜ਼ਿਆਦਾ ਹੋਵੇ, ਇਜ਼ ਕਾਲਡ ਸੋਲਵੈਂਟ। ਨੈਕਸਟ, ਦੀ ਕੰਪੋਨੈਂਟ ਆਫ ਸਲਿਊਸ਼ਨ, ਸਲਿਊਸ਼ਨ ਦਾ ਉਹ ਕੰਪੋਨੈਂਟ, ਉਹ ਹਿੱਸਾ ਦੈਟ ਇਜ਼ ਡਿਜ਼ੋਲਵਡ, ਜਿਹੜਾ ਘੋਲਿਆ ਜਾਂਦਾ ਹੈ, ਇਨ ਦਾ ਸੋਲਵੈਂਟ, ਸੋਲਵੈਂਟ ਦੇ ਵਿੱਚ ਜਿਹੜਾ ਘੋਲਿਆ ਜਾਂਦਾ ਹੈ। ਯੂਜ਼ਲੀ ਪ੍ਰੈਜੈਂਟ ਇਨ ਲੈਸਰ ਕੁਆਂਟਿਟੀ, ਜਿਸ ਦੀ ਕੁਆਂਟਿਟੀ ਘੱਟ ਹੁੰਦੀ ਹੈ, ਇਜ਼ ਕਾਲਡ ਸਲਿਊਟ, ਉਸ ਨੂੰ ਸਲਿਊਟ ਕਿਹਾ ਜਾਂਦਾ ਹੈ। ਸੋ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਸਲਿਊਸ਼ਨ ਕੀ ਹੁੰਦਾ। ਸਲਿਊਸ਼ਨ ਲਿਕੁਇਡ ਹੀ ਨਹੀਂ ਹੁੰਦਾ, ਸੋਲਿਡ ਸਲਿਊਸ਼ਨ ਵੀ ਹੁੰਦਾ ਹੈ ਅਤੇ ਗੈਸੀਅਸ ਸਲਿਊਸ਼ਨ ਵੀ ਹੁੰਦੇ ਹਨ। ਇਸ ਦੀਆਂ
नीचे एग्जाम्पल्स दित्तियां गईयां हन। ਸ਼ੂਗਰ in water, ਸ਼ੂਗਰ in water। ਇੱਥੇ in this solution sugar is solute and water is solvent। ਸ਼ੂਗਰ ਇਜ਼ ਸਲਿਊਟ ਐਂਡ ਵਾਟਰ ਇਜ਼ ਸੋਲਵੈਂਟ, ਕਿਉਂਕਿ ਸ਼ੂਗਰ ਘੱਟ ਕੁਆਂਟਿਟੀ ਵਿੱਚ ਹੈ ਅਤੇ ਵਾਟਰ ਹੈ ਜਿਹੜਾ ਉਹ ਵੱਧ ਕੁਆਂਟਿਟੀ ਵਿੱਚ ਹੈ। ਦੀ ਸਲਿਊਸ਼ਨ ਆਫ ਆਇਓਡੀਨ ਇਨ ਅਲਕੋਹਲ, ਆਇਓਡੀਨ ਇਨ ਅਲਕੋਹਲ, ਅਲਕੋਹਲ ਦੇ ਵਿੱਚ ਆਇਓਡੀਨ ਪਾਉਣਾ, ਨੋਨ ਐਜ਼ ਟੈਂਕਚਰ ਆਫ ਆਇਓਡੀਨ, ਇਸ ਨੂੰ ਟੈਂਕਚਰ ਆਫ ਆਇਓਡੀਨ ਵੀ ਕਿਹਾ ਜਾਂਦਾ ਹੈ। ਹੈਜ਼ ਆਇਓਡੀਨ ਸੋਲਿਡ, ਆਇਓਡੀਨ ਇੱਥੇ ਸੋਲਿਡ ਹੈ। ਐਜ ਏ ਸਲਿਊਟ, ਜਿਸ ਨੂੰ ਸਲਿਊਟ ਕਹਿਣਾ ਹੈ। ਐਂਡ ਐਲਕੋਹਲ ਐਜ ਏ ਸੋਲਵੈਂਟ, ਅਲਕੋਹਲ ਲਿਕੁਇਡ ਹੈ ਅਤੇ ਉਸ ਨੂੰ ਕੀ ਕਹਿਣਾ ਹੈ, ਸੋਲਵੈਂਟ, ਕਿਉਂਕਿ ਵੱਧ ਕੁਆਂਟਿਟੀ ਵਿੱਚ ਹੈ। ਨੈਕਸਟ ਸੋਡਾ ਵਾਟਰਸ ਜਿੱਦਾਂ ਆ ਗਏ, ਡਰਿੰਕਸ, ਕੋਲਡ ਡਰਿੰਕਸ, ਇਹ ਕੀ ਹੈ, ਗੈਸ ਇਨ ਲਿਕੁਇਡ, ਪਹਿਲਾਂ ਵੀ ਦੱਸ ਦਿੱਤਾ ਹੈ, ਗੈਸ ਇਨ ਲਿਕੁਇਡ, ਲਿਕੁਇਡ ਦੇ ਵਿੱਚ ਗੈਸ ਘੋਲੀ ਜਾਂਦੀ ਹੈ। ਥੀਸ ਕੰਟੇਨਸ ਕਾਰਬਨ ਡਾਈਆਕਸਾਈਡ ਗੈਸ ਐਜ ਸਲਿਊਟ, ਕਾਰਬਨ ਡਾਈਆਕਸਾਈਡ ਘੱਟ ਕੁਆਂਟਿਟੀ ਹੈ, ਸਲਿਊਟ ਹੈ, ਐਂਡ ਵਾਟਰ ਐਜ ਏ ਸੋਲਵੈਂਟ, ਅਤੇ ਪਾਣੀ ਸੋਲਵੈਂਟ ਹੈ। ਨੈਕਸਟ ਏਅਰ ਇਜ਼ ਏ ਮਿਕਸਚਰ ਆਫ ਗੈਸ ਇਨ ਗੈਸ, ਜਿਹੜੀ ਏਅਰ ਹੈ ਇਹ ਕਿਹੜਾ ਮਿਕਸਚਰ ਹੈ, ਗੈਸ ਇਨ ਗੈਸ। ਏਅਰ ਹੈਜ਼ ਹੋਮੋਯੂਨੀਅਸ ਮਿਕਸਚਰ ਆਫ ਨੰਬਰ ਆਫ ਗੈਸਿਸ, ਏਅਰ ਦੇ ਵਿੱਚ ਬਹੁਤ ਗੈਸਿਸ ਹਨ, ਪੜ੍ਹਿਆ ਪਹਿਲਾਂ ਆਪਾਂ। ਇਟਸ ਟੂ ਮੇਨ ਕੰਪੋਨੈਂਟਸ ਆਰ ਆਕਸੀਜਨ 21% ਐਂਡ ਨਾਈਟ੍ਰੋਜਨ 78%, ਅਤੇ ਕਾਰਬਨ ਕਿੰਨੀ ਹੁੰਦੀ ਹੈ 0.03%। ਦੀ ਅਦਰ ਗੈਸਿਸ ਆਰ ਪ੍ਰੈਜੈਂਟ ਇਨ ਵੈਰੀ ਸਮਾਲ ਕੁਆਂਟੀਟੀਜ਼, ਬਾਕੀ ਜਿਹੜੀਆਂ ਗੈਸਾਂ ਨੇ ਉਹ ਬਹੁਤ ਘੱਟ ਮਾਤਰਾ ਵਿੱਚ ਹੁੰਦੀਆਂ ਹਨ। ਸੋ ਸਲਿਊਸ਼ਨ ਦੀਆਂ ਪ੍ਰੋਪਰਟੀਜ਼ ਕੀ ਨੇ, ਪ੍ਰੋਪਰਟੀਜ਼ ਆਫ ਸਲਿਊਸ਼ਨ, ਸਲਿਊਸ਼ਨ ਦੇ ਵਿੱਚ ਕੀ ਗੁਣ ਹਨ। ਫਸਟ ਪਹਿਲਾ, ਇਹ ਸਲਿਊਸ਼ਨ ਇਜ਼ ਏ ਹੋਮੋਜੀਨੀਅਸ ਮਿਕਸਚਰ, ਇਹ ਪੂਰੀ ਤਰ੍ਹਾਂ ਘੁਲਿਆ ਹੋਇਆ ਮਿਕਸਚਰ ਹੁੰਦਾ ਹੈ, ਯੂਨੀਫਾਰਮ ਹੁੰਦਾ ਹੈ, ਇਸ ਨੂੰ ਫਿਲਟਰ ਪੇਪਰ ਜਾਂ ਫਿਜ਼ੀਕਲੀ ਸੈਪਰੇਟ ਨਹੀਂ ਕੀਤਾ ਜਾ ਸਕਦਾ। ਹੋਮੋਜੀਨੀਅਸ ਵਰਡ ਕਿੰਨੀ ਵਾਰ ਆਪਾਂ ਰਿਪੀਟ ਕਰ ਲਿਆ, ਪੂਰੀ ਤਰ੍ਹਾਂ ਇੱਕ ਮਿਕ ਹੋਣਾ, ਇਸ ਨੂੰ ਸੈਪਰੇਟ ਨਹੀਂ ਕਰ ਸਕਦੇ। ਕੋਈ ਵੀ ਜਿਹੜਾ ਸਲਿਊਸ਼ਨ ਆ ਉਹਦੇ ਵਿੱਚ ਪਹਿਲਾ ਗੁਣ ਕੀ ਹੈ, ਇਹ ਸਲਿਊਸ਼ਨ ਇਜ਼ ਏ ਹੋਮੋਯੂਨੀਅਸ ਮਿਕਸਚਰ। ਸੈਕਿੰਡ, ਦੀ ਪਾਰਟੀਕਲ ਆਫ ਸਲਿਊਸ਼ਨ ਆਰ ਸਮਾਲਰ ਦੈਨ 1 ਨੈਨੋਮੀਟਰ, 10⁻9 ਹੈ ਇਹ, ਇੱਥੇ ਫਿਗਰ ਆ ਜਿਹੜੀ ਗਲਤ ਲਿਖੀ ਹੋਈ ਹੈ, ਇਟ ਇਜ਼ 10⁻⁻9 ਇਨ ਡਾਇਆਮੀਟਰ। ਨੈਨੋਮੀਟਰ ਬਹੁਤ ਸਮਾਲ ਯੂਨਿਟ ਹੈ, ਇਸ ਦੇ ਇੱਕ ਪਾਰਟੀਕਲ ਦਾ ਸਾਈਜ਼ 1 ਨੈਨੋਮੀਟਰ ਤੋਂ ਵੀ ਘੱਟ ਹੁੰਦਾ ਹੈ। ਸੋ ਦੇ ਕੈਨ ਨਾਟ ਬੀ ਸੀਨ ਬਾਏ ਨੇਕਡ ਆਈਸ, ਇਸ ਲਈ ਅਸੀਂ ਉਸ ਨੂੰ ਨੰਗੀ ਅੱਖ ਨਾਲ ਨਹੀਂ ਵੇਖ ਸਕਦੇ। ਜਦੋਂ ਲੂਣ ਹੈ ਜਿਹੜਾ ਪਾਣੀ ਵਿੱਚ ਘੁਲ ਗਿਆ ਫਿਰ ਉਹ ਦਿਖਣਾ ਨਹੀਂ ਹੈ। ਇਸ ਦੇ ਵਿੱਚ ਇਹਦਾ ਜਿਹੜਾ ਪਾਰਟੀਕਲ ਦਾ ਸਾਈਜ਼ ਹੈ ਉਹ 1 ਨੈਨੋਮੀਟਰ ਤੋਂ ਘੱਟ ਹੁੰਦਾ ਹੈ। ਤੀਸਰਾ ਜੀ, ਥਰਡ ਪੁਆਇੰਟ, ਬਿਕੋਜ਼ ਆਫ ਵੈਰੀ ਸਮਾਲ ਪਾਰਟੀਕਲ ਸਾਈਜ਼, ਬਹੁਤ ਛੋਟਾ ਪਾਰਟੀਕਲ ਹੋਣ ਕਰਕੇ ਦੇ ਡੂ ਨਾਟ ਸਕੈਟਰ ਏ ਬੀਮ ਆਫ ਲਾਈਟ ਪਾਸਿੰਗ ਥਰੂ ਦਾ ਸਲਿਊਸ਼ਨ, ਜੇਕਰ ਸਲਿਊਸ਼ਨ ਦੇ ਵਿੱਚ ਹੀ ਅਸੀਂ ਲਾਈਟ ਪਾਸ ਕਰੀਏ ਤਾਂ ਉਹ ਦਿਖੇਗੀ ਨਹੀਂ, ਖਿੰਡੇਗੀ ਨਹੀਂ। ਕਿਉਂ? ਕਿਉਂਕਿ ਪਾਰਟੀਕਲ ਦਾ ਸਾਈਜ਼ ਬਹੁਤ ਛੋਟਾ ਹੋਣ ਕਰਕੇ ਉਹ ਵਿੱਚੀ ਸਲਿਊਸ਼ਨ ਦੇ ਪਾਸ ਨਹੀਂ ਹੋਵੇਗੀ, ਕਿਉਂਕਿ ਪਾਰਟੀਕਲਸ ਛੋਟਾ ਹੋਣ ਕਰਕੇ ਬੜੇ ਨੇੜੇ ਹਨ, ਇਸ ਲਈ ਉਹ ਜਿਹੜਾ ਪਾਥ ਆਫ ਲਾਈਟ ਹੈ ਇਜ਼ ਨਾਟ ਵਿਜ਼ੀਬਲ ਇਨ ਸਲਿਊਸ਼ਨ, ਸਲਿਊਸ਼ਨ ਦੇ ਵਿੱਚ ਨਹੀਂ ਦਿਖੇਗਾ। ਸ਼ਾਇਦ ਇਸ ਦੀ ਐਗਜ਼ਾਮਪਲ ਯੈਸ,
here it is. A ਆ ਜਿਹੜਾ A ਦੇ ਵਿੱਚ ਹੀ ਲਾਈਟ ਪਾਸ ਹੁੰਦੀ ਨਹੀਂ ਦਿਖੂਗੀ। ਇਸ ਵਿੱਚ ਸੋਲਿਊਸ਼ਨ ਹੈ। ਸੋਲਿਊਸ਼ਨ ਆਫ ਕਾਪਰ ਸਲਫੇਟ ਡਜ਼ ਨਾਟ ਸ਼ੋ ਟੈਂਡਲ ਇਫੈਕਟ। ਇਸ ਦਾ ਜੋ ਖੋਜ ਸੀ, ਇਟ ਇਜ਼ ਡਿਸਕਵਰਡ ਬਾਏ ਦਾ ਸਾਇੰਟਿਸਟ ਨੇਮਡ ਟੈਂਡਲ, ਸੋ ਇਟਸ ਆਲਸੋ ਕਾਲਡ ਟੈਂਡਲ ਇਫੈਕਟ। ਇਹ ਖੋਜ ਟੈਂਡਲ ਨੇ ਕੀਤੀ ਸੀ, ਇਸ ਲਈ ਇਸ ਨੂੰ ਟੈਂਡਲ ਇਫੈਕਟ ਕਿਹਾ ਜਾਂਦਾ ਹੈ। ਆਪਾਂ ਬੈਕ ਉੱਥੇ ਚੱਲਦੇ ਹਾਂ ਬੇਟੇ, ਫਸਟ ਜਿੱਥੇ ਸਟਾਰਟ ਕੀਤਾ ਸੀ। ਸੋ 3 ਹੋ ਗਏ। ਫਸਟ, ਸੋਲਿਊਸ਼ਨ ਇਜ਼ ਏ ਹੋਮੋਯੂਨੀਅਸ ਮਿਕਸਚਰ ਅਤੇ ਪਾਰਟੀਕਲ ਆਫ ਸੋਲਿਊਸ਼ਨਸ ਹੈਵ ਸਾਈਜ਼ ਲੈਸ ਦੈਨ 1 ਨੈਨੋਮੀਟਰ, ਸੋ ਦੇ ਕੈਨ ਨਾਟ ਬੀ ਸੀਨ ਬਾਏ ਨੈਕਡ ਆਈ। ਇਸ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ। ਤੀਸਰਾ ਪੁਆਇੰਟ, ਬਿਕੋਜ਼ ਆਫ ਵੈਰੀ ਸਮਾਲ ਪਾਰਟੀਕਲ ਸਾਈਜ਼ ਪਾਰਟੀਕਲ ਦਾ ਘੱਟ ਹੋਣ ਕਰਕੇ ਕਿੰਨਾ ਸਾਈਜ਼ ਹੈ, ਲੈਸ ਦੈਨ 1 ਨੈਨੋਮੀਟਰ। ਦੇ ਡੂ ਨਾਟ ਸਕੈਟਰ ਲਾਈਟ ਬੀਮ ਆਫ ਲਾਈਟ ਪਾਸਿੰਗ ਥਰੂ ਦਾ ਸੋਲਿਊਸ਼ਨ। ਜਿਹੜੀ ਲਾਈਟ ਪਾਸ ਕਰਦੀ ਹੈ ਉਹ ਖਿੰਡਦੀ ਨਹੀਂ, ਸਕੈਟਰ ਨਹੀਂ ਹੁੰਦੀ। ਸੋ ਦੀ ਪਾਥ ਆਫ ਲਾਈਟ ਇਜ਼ ਨਾਟ ਵਿਜ਼ੀਬਲ ਬਾਏ ਇਨ ਦਿਸ ਸੋਲਿਊਸ਼ਨ। ਸੋ ਪਾਥ ਆਫ ਲਾਈਟ ਇਜ਼ ਨਾਟ ਵਿਜ਼ੀਬਲ ਇਨ ਦਿਸ ਸੋਲਿਊਸ਼ਨ। ਸੋਲਿਊਸ਼ਨ ਦੇ ਵਿੱਚ ਲਾਈਟ ਪਾਸ ਨਹੀਂ ਹੁੰਦੀ। ਲਾਸਟ ਪੁਆਇੰਟ, ਕਿਉਂਕਿ ਸੋਲਿਊਸ਼ਨ ਇੱਕ ਹੋਮੋਯੂਨੀਅਸ ਮਿਕਸਚਰ ਹੈ, ਸੋ ਸੋਲਿਊਟ ਪਾਰਟੀਕਲਸ ਕਿਹੜੇ ਹੁੰਦੇ ਆ, ਜਿਹੜੇ ਘੱਟ ਕੁਆਂਟਿਟੀ 'ਚ ਹੋਣ, ਜਿਵੇਂ ਪਾਣੀ ਵਿੱਚ ਲੂਣ ਘੋਲਿਆ ਹੋਣਾ। ਦੀ ਸੋਲਿਊਟ ਪਾਰਟੀਕਲਸ ਕੈਨ ਨਾਟ ਬੀ ਸੈਪਰੇਟਡ ਫਰਾਮ ਦਾ ਮਿਕਸਚਰ ਬਾਏ ਦਾ ਪ੍ਰੋਸੈਸ ਆਫ ਫਿਲਟਰੇਸ਼ਨ। ਫਿਲਟਰ ਕਰਕੇ ਸੋਲਿਊਟ ਪਾਰਟੀਕਲ ਨੂੰ ਅਲੱਗ ਨਹੀਂ ਕਰ ਸਕਦੇ, because it is a homogeneous mixture। ਇਹ homogeneous mixture ਹੈ। The solute particles do not settle down। solute particles ਥੱਲੇ ਵੀ ਨਹੀਂ ਬੈਠਣਗੇ when left undisturbed। ਜੇ ਅਸੀਂ ਇਸ ਨੂੰ ਡਿਸਟਰਬ ਨਾ ਕਰੀਏ, ਸੋਲਿਊਸ਼ਨ ਨੂੰ ਰੱਖ ਦਈਏ, ਤਾਂ ਉਹ ਥੱਲੇ ਵੀ ਨਹੀਂ ਬੈਠਣਗੇ। ਜਿਵੇਂ ਪਾਣੀ ਵਿੱਚ ਮਿੱਟੀ ਘੋਲ ਦਈਏ ਅਤੇ ਉਸ ਨੂੰ ਕੁਝ ਦੇਰ ਅਸੀਂ ਰੱਖ ਦਈਏ, ਅੱਧੇ ਘੰਟੇ ਲਈ, ਤਾਂ ਮਿੱਟੀ ਹੈ ਜਿਹੜੀ ਨੀਚੇ ਬੈਠ ਜਾਵੇਗੀ। ਸੋਲਿਊਸ਼ਨ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਜਿਹੜਾ ਪਾਣੀ ਵਿੱਚ ਲੂਣ ਘੋਲਿਆ ਹੈ ਉਹ ਨੀਚੇ ਨਹੀਂ ਬੈਠਣਾ। ਦੀ ਸੋਲਿਊਟ ਪਾਰਟੀਕਲਸ ਘੱਟ ਗਿਣਤੀ ਵਾਲੇ ਪਾਰਟੀਕਲ ਜਿਹੜੇ ਵਿੱਚ ਘੋਲੇ ਹਨ, ਡੂ ਨਾਟ ਸੈਟਲ ਡਾਊਨ ਨੀਚੇ ਨਹੀਂ ਬੈਠਣਗੇ, ਵੈਨ ਲਿਫਟ ਅਨਡਿਸਟਰਬਡ, that this solution is stable। ਇਹ ਸਟੇਬਲ ਸੋਲਿਊਸ਼ਨ ਹੈ, ਇਸ ਵਿੱਚ ਕੋਈ ਚੇਂਜ ਨਹੀਂ ਆਵੇਗੀ। ਨੈਕਸਟ ਜਿਹੜਾ ਟੌਪਿਕ ਹੈ ਬੇਟੇ, ਇਸ ਨੂੰ ਵੀ ਅੱਜ ਹੀ ਡਿਸਕਸ ਕਰ ਲੈਣਾ ਹੈ। ਕੰਸਨਟ੍ਰੇਸ਼ਨ ਆਫ ਸੋਲਿਊਸ਼ਨ। ਜਿਸ ਤਰ੍ਹਾਂ ਪਹਿਲਾਂ ਇਸ ਨੂੰ ਈਜ਼ੀ ਲੈਂਗੁਏਜ ਦੇ ਵਿੱਚ ਸਮਝ ਲਓ। ਕੰਸਨਟ੍ਰੇਸ਼ਨ ਆਫ ਸੋਲਿਊਸ਼ਨ, ਸਾਡੇ ਕੋਲ ਪਾਣੀ ਹੈ, ਪਾਣੀ ਦੇ ਵਿੱਚ ਅਸੀਂ 1 ਸਪੂਨ ਸਾਲਟ ਐਡ ਕਰ ਦਿੱਤਾ, 1 ਚਮਚ ਲੂਣ ਪਾ ਦਿੱਤਾ, ਅਤੇ ਇੱਕ ਹੋਰ ਸਾਡੇ ਕੋਲ ਸੇਮ ਅਮਾਊਂਟ ਆਫ ਵਾਟਰ ਹੈ, ਉਸ ਵਿੱਚ 2 ਸਪੂਨ ਐਡ ਕਰ ਦਿੱਤੇ, ਅਤੇ ਇੱਕ ਹੋਰ ਵਾਟਰ ਹੈ, ਉਸ ਦੇ ਵਿੱਚ 3 ਸਪੂਨ ਸਾਲਟ ਦੇ ਐਡ ਕਰ ਦਿੱਤੇ। ਇਹਦੇ ਵਿੱਚ ਕੰਸਨਟ੍ਰੇਸ਼ਨ ਹੈ ਜਿਹੜੀ ਲੂਣ ਦੀ ਉਹ ਘੱਟ ਹੈ, ਦੂਸਰੇ ਦੇ ਵਿੱਚ ਲੂਣ ਦੀ ਮਾਤਰਾ ਵੱਧ ਗਈ, ਇਹਦੀ ਕੰਸਨਟ੍ਰੇਸ਼ਨ ਵੱਧ ਗਈ, ਤੀਸਰੇ ਦੇ ਵਿੱਚ ਹੋਰ ਕੰਸਨਟ੍ਰੇਸ਼ਨ ਜਿਹੜੀ ਹੈ ਉਹ ਵੱਧ ਗਈ। ਸੋ ਜਿਹਦੇ ਵਿੱਚ ਥੋੜ੍ਹਾ ਹੈ ਉਹ ਲੈਸ ਕੰਸਨਟ੍ਰੇਟਡ ਹੈ, ਜਿਹਦੇ ਵਿੱਚ ਵੱਧ ਕੁਆਂਟਿਟੀ ਆ ਸੋਲਿਊਟ ਦੀ ਉਹ ਮੋਰ ਕੰਸਨਟ੍ਰੇਟਡ ਹੈ। ਕੰਸਨਟ੍ਰੇਸ਼ਨ
ਹਰੇਕ ਸੋਲਿਊਸ਼ਨ ਦੀ ਵੱਖਰੀ ਵੱਖਰੀ ਹੋ ਸਕਦੀ ਹੈ। Depending upon the amount of solute present in a solution, solution ਦੇ ਵਿੱਚ ਕਿੰਨਾ solute present ਹੈ, it can be called a dilute, ਇਸ ਨੂੰ ਅਸੀਂ dilute ਕਹਿੰਦੇ ਹਾਂ, diluted, concentrated or saturated solution। ਜੇਕਰ ਉਸ ਦੇ ਵਿੱਚ ਥੋੜ੍ਹਾ ਜਿਹਾ ਨਮਕ ਪਾਇਆ ਹੋਇਆ, ਥੋੜ੍ਹਾ ਜਿਹਾ ਸਲਿਊਟ ਐਡ ਕਰਿਆ ਹੋਇਆ, ਉਸ ਨੂੰ ਕਿਹਾ ਜਾਂਦਾ ਹੈ ਡਿਲਿਊਟਡ ਸਲਿਊਸ਼ਨ। ਜੇ ਉਸ ਵਿੱਚ ਵੱਧ ਕੁਆਂਟਿਟੀ ਪਾ ਦਿੱਤੀ, ਉਸ ਨੂੰ ਕਿਹਾ ਜਾਂਦਾ ਹੈ ਕੰਸਨਟ੍ਰੇਟਡ ਸਲਿਊਸ਼ਨ ਜਾਂ ਮੋਰ ਕੰਸਨਟ੍ਰੇਟਡ ਸਲਿਊਸ਼ਨ। ਸੈਚੂਰੇਟਡ ਸਲਿਊਸ਼ਨ ਨੈਕਸਟ ਪੇਜ 'ਤੇ ਹੈ, ਪਰ ਇੱਥੇ ਐਕਸਪਲੇਨ ਕਰ ਦਿੰਦੇ ਹਾਂ ਕੀ ਹੁੰਦਾ ਸੈਚੂਰੇਟਡ ਸਲਿਊਸ਼ਨ। ਸਾਡੇ ਕੋਲ ਪਾਣੀ ਹੈ, ਇਸ ਵਿੱਚ ਅਸੀਂ ਸ਼ੂਗਰ ਐਡ ਕਰਤੀ ਜਾਂ ਸਾਲਟ ਐਡ ਕਰਤਾ, ਅਤੇ ਇੱਕ ਸਟੇਜ ਐਸੀ ਆ ਜਾਏਗੀ, ਇਸ ਵਿੱਚ ਚੀਨੀ ਨੂੰ ਘੋਲੀ ਜਾਓ, ਇੱਕ ਸਟੇਜ ਐਸੀ ਆ ਜਾਊਗੀ ਕਿ ਹੁਣ ਹੋਰ ਚੀਨੀ ਨਹੀਂ ਘੁਲ ਸਕਦੀ ਜਾਂ ਹੋਰ ਲੂਣ ਨਹੀਂ ਘੁਲ ਸਕਦਾ। ਇੱਕ ਸ਼ਰਤ 'ਤੇ ਘੁਲ ਸਕਦਾ, ਜੇ ਇਸ ਨੂੰ ਅਸੀਂ ਥੋੜ੍ਹਾ ਗਰਮ ਕਰ ਲਈਏ, ਗਰਮ ਕਰਨ ਦੇ ਨਾਲ ਅਸੀਂ ਪੜ੍ਹਿਆ ਸਪੇਸ ਵੱਧ ਜਾਂਦੀ ਹੈ ਪਾਰਟੀਕਲਸ ਦੇ ਵਿੱਚ ਅਤੇ ਐਡੀਸ਼ਨ ਹੋਣ ਦੇ ਚਾਂਸਿਸ ਵੱਧ ਜਾਂਦੇ ਨੇ। ਪਰ ਗਰਮ ਨਹੀਂ ਕਰਨਾ। ਜਦੋਂ ਇਸ ਵਿੱਚ ਕੋਈ ਸਲਿਊਟ ਘੁਲਣੋਂ ਹਟ ਗਿਆ, ਮੈਕਸੀਮਮ ਘੁਲ ਗਿਆ, ਉਸ ਸਲਿਊਸ਼ਨ ਨੂੰ ਕਿਹਾ ਜਾਂਦਾ ਹੈ ਸੈਚੂਰੇਟਡ ਸਲਿਊਸ਼ਨ। ਤਿੰਨਾਂ 'ਚ ਫਰਕ, ਫਿਰ ਥੋੜ੍ਹੀ ਕੁਆਂਟਿਟੀ ਪਾਉਣੀ ਡਿਲਿਊਟਡ ਸਲਿਊਸ਼ਨ, ਵੱਧ ਮਾਤਰਾ ਵਿੱਚ ਪਾ ਦੇਣੀ ਕੰਸਨਟ੍ਰੇਟਡ ਸਲਿਊਸ਼ਨ, ਇੰਨੀ ਮਾਤਰਾ ਵਿੱਚ ਪਾ ਦੇਣੀ ਕਿ ਹੋਰ ਸਲਿਊਟ ਐਡ ਨਹੀਂ ਕਰ ਸਕਦੇ, ਉਸ ਨੂੰ ਕਿਹਾ ਜਾਂਦਾ ਹੈ ਸੈਚੂਰੇਟਡ ਸਲਿਊਸ਼ਨ। ਨੈਕਸਟ ਪੇਜ 'ਤੇ ਸ਼ਾਇਦ ਇਸ ਦੀ ਡੈਫੀਨੇਸ਼ਨ। ਜੀ ਸੈਚੂਰੇਟਡ ਸਲਿਊਸ਼ਨ ਕੀ ਹੁੰਦਾ ਹੈ? ਇਨ ਅਦਰ ਵਰਡਸ, ਦੂਜੇ ਸ਼ਬਦਾਂ ਵਿੱਚ, ਵੈਨ ਨੋ ਮੋਰ ਸਲਿਊਟ ਕੈਨ ਬੀ ਡਿਜ਼ੋਲਵਡ ਇਨ ਏ ਸਲਿਊਸ਼ਨ, ਜਦੋਂ ਹੋਰ ਸਲਿਊਟ ਐਡ ਨਹੀਂ ਕੀਤਾ ਜਾ ਸਕਦਾ ਐਟ ਏ ਗਿਵਨ ਟੈਂਪਰੇਚਰ, ਉਸੇ ਟੈਂਪਰੇਚਰ 'ਤੇ, ਗਰਮ ਨਹੀਂ ਕਰਨਾ ਉਸਨੂੰ, ਇਟ ਇਜ਼ ਕਾਲਡ ਸੈਚੂਰੇਟਡ ਸਲਿਊਸ਼ਨ। ਇਹ ਤੁਸੀਂ ਲਿਖਿਆ ਵੀ ਹੋਇਆ ਹੈ, ਸੈਚੂਰੇਟਡ ਸਲਿਊਸ਼ਨ ਪੜ੍ਹ ਲੈਣਾ ਨੋਟਬੁੱਕ ਦੇ ਵਿੱਚ। ਸੋ ਫਿਰ ਘੱਟ ਮਾਤਰਾ ਵਿੱਚ ਪਾਉਣਾ ਡਿਲਿਊਟਡ, ਵੱਧ ਦੇ ਵਿੱਚ ਸਲਿਊਟ ਐਡ ਕਰ ਦੇਣਾ ਕੰਸਨਟ੍ਰੇਟਡ, ਐਂਡ ਵੈਨ no more solute can be dissolved in a solution at a given temperature, it is called saturated solution। ਜਦੋਂ ਕੋਈ ਸਲਿਊਸ਼ਨ ਦੇ ਵਿੱਚ ਹੋਰ ਸਲਿਊਟ ਨਹੀਂ ਪਾਇਆ ਜਾ ਸਕਦਾ, ਐਂਡ ਹੋ ਗਿਆ, ਹੁਣ ਹੋਰ ਨਹੀਂ ਘੋਲਣਾ, then this solution is called saturated solution। ਜੇਕਰ ਗਰਮ ਕਰਕੇ ਪਾਈਏ ਤਾਂ ਹੋਰ ਘੁਲ ਜਾਵੇਗਾ। ਇੱਕ ਸਟੇਜ ਐਸੀ ਵੀ ਆ ਜਾਂਦੀ ਹੈ, ਇੱਥੇ ਨਹੀਂ ਲਿਖਿਆ ਹੋਇਆ ਉਹ, ਜੇ ਗਰਮ ਕਰਕੇ ਐਡ ਕਰ ਦਈਏ ਫਿਰ ਉਹ ਘੁਲਣੋਂ ਹਟ ਜਾਊਗਾ। ਗਰਮ ਕਰੇ 'ਤੇ ਵੀ ਗਰਮ ਕਰਨਾ ਹੋਰ ਘੁਲ ਜੂਗਾ, ਪਰ ਇੱਕ ਸਟੇਜ ਐਸੀ ਆ ਜੂ ਵੀ ਹੁਣ ਗਰਮ ਦੇ ਵਿੱਚ ਵੀ ਘੁਲਣੋਂ ਹਟ ਗਿਆ, ਉਸ ਨੂੰ ਕਿਹਾ ਜਾਂਦਾ ਹੈ ਸੁਪਰ ਸੈਚੂਰੇਟਡ ਸਲਿਊਸ਼ਨ। ਇੱਥੇ ਇੱਕ ਟੌਪਿਕ ਹੋਰ ਹੈ, ਮਾਸ ਪਰਸੈਂਟੇਜ ਆਫ ਏ ਸਲਿਊਸ਼ਨ। ਇਹ ਕਿਵੇਂ ਕੱਢਾਂਗੇ ਅਸੀਂ ਮਾਸ ਪਰਸੈਂਟੇਜ ਆਫ ਸਲਿਊਸ਼ਨ? ਮਾਸ ਆਫ ਸਲਿਊਟ ਜਿਹੜੀ ਘੱਟ ਮਾਤਰਾ ਵਿੱਚ ਪਾਈ ਗਈ ਹੈ, ਜਿਵੇਂ ਚੀਨੀ ਪਾਈ ਗਈ ਹੈ 100 ਗ੍ਰਾਮ, ਮਾਸ ਆਫ ਸਲਿਊਸ਼ਨ, ਅਤੇ ਸਲਿਊਸ਼ਨ ਦਾ ਕੁੱਲ ਮਾਸ ਕਿੰਨਾ? ਮੰਨ ਲਓ 200 ਗ੍ਰਾਮ ਕੁੱਲ ਸਲਿਊਸ਼ਨ ਆ, ਅਤੇ ਉਹਦੇ ਵਿੱਚ 50 ਗ੍ਰਾਮ ਹੈ ਜਿਹੜੀ ਆ ਉਹ ਚੀਨੀ ਪਾਈ ਗਈ ਆ, ਤਾਂ ਆਨਸਰ ਕਿੰਨਾ ਆਊਗਾ? ਸਲਿਊਟ 50 ਗ੍ਰਾਮ, ਟੋਟਲ 200 ਮਲਟੀਪਲਾਈ
100 परसेंटेज ਕੱਢਣ ਲਈ 100 ਨਾਲ ਮਲਟੀਪਲਾਈ ਕਰਦੇ ਹਾਂ ਅਸੀਂ ਤਾਂ ਸੋਲਿਊਸ਼ਨ ਕੀ ਹੋ ਗਿਆ ਉਹ ਮਾਸ ਪਰਸੈਂਟੇਜ ਕਿੰਨੀ ਹੋ ਗਈ 25%। ਫਾਰਮੂਲਾ ਯਾਦ ਕਰ ਲੈਣਾ ਮਾਸ ਆਫ ਸਲਿਊਟ ਹੁਣ ਤੁਹਾਨੂੰ ਕਲੀਅਰ ਕਰ ਦਿੱਤਾ ਜਿਹੜੀ ਘੱਟ ਮਾਤਰਾ ਵਿੱਚ ਐਡ ਕੀਤਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਸਲਿਊਟ ਉਸ ਦਾ ਮਾਸ ਅਤੇ ਮਾਸ ਆਫ ਸਲਿਊਸ਼ਨ ਮਲਟੀਪਲਾਈ ਦਾ ਸਾਈਨ ਮਿਸ ਹੈ 100 ਇਹ ਹੋ ਗਈ ਮਾਸ ਪਰਸੈਂਟੇਜ। ਅਤੇ ਕੱਲ੍ਹ ਦਾ ਬੇਟੇ ਆਪਣਾ ਟੌਪਿਕ ਹੋਏਗਾ ਸਸਪੈਂਸ਼ਨ। ਵਾਟ ਇਜ਼ ਸਸਪੈਂਸ਼ਨ ਨੈਕਸਟ ਟੌਪਿਕ ਕੱਲ੍ਹ ਦਾ ਹੋਊਗਾ। ਇੱਕ ਜੋ ਹੁਣੇ ਐਗਜ਼ਾਮਪਲ ਕੀਤੀ ਆਪਾਂ ਸਮਝ ਵੀ ਸਕਦੇ ਹਾਂ ਇਹ ਸਲਿਊਸ਼ਨ ਕੰਟੇਨਸ 40 ਗ੍ਰਾਮ ਆਫ ਸਾਲਟ ਇਨ 320 ਗ੍ਰਾਮ ਆਫ ਵਾਟਰ। 40 ਗ੍ਰਾਮ ਲੂਣ ਹੈ ਜਿਹੜਾ 320 ਗ੍ਰਾਮ ਵਾਟਰ 'ਚ ਪਾਇਆ ਗਿਆ ਇਹ ਸਲਿਊਟ ਹੈ ਅਤੇ ਇਹ ਸੋਲਵੈਂਟ ਹੈ। ਦੋਨੋਂ ਟਰਮਸ ਕਲੀਅਰ ਹੋ ਗਈਆਂ। ਮਾਸ ਪਰਸੈਂਟੇਜ ਆਫ ਕੱਢਣੀ ਆਪਾਂ ਮਾਸ ਪਰਸੈਂਟੇਜ ਫਾਰਮੂਲਾ ਸਲਿਊਟ ਕਿੰਨਾ ਹੈ 40 ਅਤੇ ਸੋਲਵੈਂਟ 320 ਗ੍ਰਾਮ ਮਾਸ ਆਫ ਸਲਿਊਸ਼ਨ ਟੋਟਲ ਮਾਸ ਕਿੰਨਾ ਹੋ ਗਿਆ 40 ਪਲੱਸ 320 ਗ੍ਰਾਮ 360 ਗ੍ਰਾਮ। ਮਾਸ ਪਰਸੈਂਟੇਜ ਦਾ ਫਾਰਮੂਲਾ ਉੱਧਰ ਪੜ੍ਹਿਆ ਹੈ ਮਾਸ ਆਫ ਸਲਿਊਟ ਯਾਨੀ 40 ਮਾਸ ਆਫ ਸਲਿਊਸ਼ਨ ਟੋਟਲ ਮਾਸ ਆਫ ਸੋਲਵੈਂਟ ਨਹੀਂ ਲੈ ਲੈਣਾ ਇੱਥੇ ਮਾਸ ਆਫ ਸਲਿਊਸ਼ਨ ਦਾ ਟੋਟਲ ਮਾਸ ਸਲਿਊਸ਼ਨ 'ਚ ਦੋ ਚੀਜ਼ਾਂ ਹੁੰਦੀਆਂ ਨੇ ਸਲਿਊਟ ਐਂਡ ਸੋਲਵੈਂਟ ਆਪਾਂ ਮਾਸ ਆਫ ਸਲਿਊਸ਼ਨ ਲੈਣਾ ਦੋਨਾਂ ਦਾ ਪਲੱਸ ਮਲਟੀਪਲਾਈ 100 ਸੋ ਆਂਸਰ ਇਜ਼ 11.1%. In the next lecture we will discuss about the term suspension. Okay bete, have a nice day. Thank you.